ਸੰਤ ਪੌਲੂਸ ਤੇ ਫਿਲਿੱਪੀਆਂ ਦੀ ਵਿਸ਼ਵਾਸ ਸੰਗਤ ਨੂੰ ਲਿਖੇ ਪੱਤਰ ਦੀ ਭੂਮਿਕਾ। ਸੰਤ ਪੌਲੂਸ ਨੇ ਇਹ ਪੱਤਰ ਮਕਦੂਨੀਆ ਪ੍ਰਾਂਤ ਵਿੱਚ ਯੂਰਪ ਦੀ ਧਰਤੀ ਉੱਤੇ ਫਿਲਿੱਪੀਆਂ ਦੀ ਵਿਸ਼ਵਾਸ ਸੰਗਤ ਨੂੰ ਲਿਖਿਆ ਸੀ। ਇਹ ਕਲੀਸਿਆ ਸੰਤ ਪੌਲੂਸ ਦੁਆਰਾ ਸਥਾਪਿਤ ਕੀਤੀ ਸਭ ਤੋਂ ਪਹਿਲੀ ਕਲੀਸਿਆ ਹੈ। ਇਹ ਪੱਤਰ ਸੰਤ ਪੌਲੂਸ ਨੇ ਉਸ ਸਮੇਂ ਲਿਖਿਆ ਜਦੋਂ ਉਹ ਕੈਦ ਵਿੱਚ ਸੀ। ਉਹ ਕੁਝ ਮਸੀਹੀ ਕੰਮ ਕਰਨ ਵਾਲਿਆਂ ਦੇ ਵਿਰੋਧ ਦੇ ਕਾਰਨ ਅਤੇ ਫਿਲਿੱਪੇ ਵਿੱਚ ਗਲਤ ਸਿੱਖਿਆਵਾਂ ਦੇ ਪ੍ਰਚਾਰ ਕਾਰਨ ਦੁਖੀ ਸੀ। ਪਰ ਇਸ ਪੱਤਰ ਵਿੱਚ ਫਿਰ ਵੀ ਸਾਨੂੰ ਆਨੰਦ ਅਤੇ ਭਰੋਸੇ ਦੀ ਝਲਕ ਮਿਲਦੀ ਹੈ, ਜਿਸ ਦਾ ਕਾਰਨ ਪੌਲੂਸ ਦਾ ਯਿਸੂ ਮਸੀਹ ਉਤਲਾ ਵਿਸ਼ਵਾਸ ਸੀ। ਇਸ ਪੱਤਰ ਦੇ ਲਿਖੇ ਜਾਣ ਦਾ ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਸੰਤ ਪੌਲੂਸ ਫਿਲਿੱਪੇ ਨਿਵਾਸੀ ਮਸੀਹਾਂ ਦਾ ਉਸ ਨੂੰ ਦਿੱਤੇ ਦਾਨ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਸੀ, ਜੋ ਉਸ ਦੀ ਲੋੜ ਸਮੇਂ ਉਹਨਾਂ ਨੇ ਘੱਲਿਆ ਸੀ। ਉਸ ਨੇ ਉਹਨਾਂ ਨੂੰ ਇਸ ਪੱਤਰ ਦੁਆਰਾ ਹੌਸਲਾ ਵੀ ਦਿੱਤਾ ਕਿ ਉਹ ਉਸ ਦੇ ਇਸ ਦੁੱਖ ਅਤੇ ਉਹਨਾਂ ਦੇ ਆਪਣੇ ਦੁੱਖ ਸਮੇਂ ਧੀਰਜਵਾਨ ਹੋਣ। ਉਸ ਨੇ ਉਹਨਾਂ ਨੂੰ ਯਿਸੂ ਵਰਗਾ ਸੁਭਾਅ ਰੱਖਣ ਲਈ ਕਿਹਾ, ਬਜਾਏ ਵਿਅਕਤੀਗਤ ਲਾਲਸਾਵਾਂ ਅਤੇ ਹੰਕਾਰ ਦੇ। ਉਸ ਨੇ ਉਹਨਾਂ ਨੂੰ ਯਾਦ ਕਰਵਾਇਆ ਕਿ ਉਹਨਾਂ ਦੇ ਜੀਵਨ ਮਸੀਹ ਦੀ ਸੰਗਤ ਵਿੱਚ ਪਰਮੇਸ਼ਰ ਦਾ ਦਾਨ ਹਨ, ਜੋ ਉਹਨਾਂ ਨੂੰ ਉਹਨਾਂ ਦੇ ਵਿਸ਼ਵਾਸ ਕਾਰਨ ਮਿਲੇ ਨੇ, ਨਾ ਕਿ ਯਹੂਦੀ ਵਿਵਸਥਾ ਨੂੰ ਪੂਰਾ ਕਰਨ ਕਾਰਨ। ਸੰਤ ਪੌਲੂਸ ਨੇ ਇਸ ਪੱਤਰ ਵਿੱਚ ਉਸ ਆਨੰਦ ਅਤੇ ਸ਼ਾਂਤੀ ਦਾ ਜ਼ਿਕਰ ਕੀਤਾ ਜੋ ਪਰਮੇਸ਼ਰ ਉਹਨਾਂ ਨੂੰ ਦਿੰਦਾ ਹੈ ਜੋ ਮਸੀਹ ਦੀ ਸੰਗਤ ਵਿੱਚ ਰਹਿੰਦੇ ਹਨ। ਇਸ ਪੱਤਰ ਵਿੱਚ ਇਹਨਾਂ ਗੱਲਾਂ ਉੱਤੇ ਜ਼ੋਰ ਦਿੱਤਾ ਗਿਆ: ਆਨੰਦ, ਭਰੋਸਾ, ਏਕਤਾ ਅਤੇ ਮਸੀਹੀ ਵਿਸ਼ਵਾਸ ਅਤੇ ਜੀਵਨ ਨੂੰ ਮਜ਼ਬੂਤ ਕਰਨ ਬਾਰੇ। ਤੇ ਇਸ ਪੱਤਰ ਵਿੱਚ ਸੰਤ ਪੌਲੂਸ ਦੇ ਫਿਲਿੱਪੇ ਬਾਰੇ ਪਿਆਰ ਦਾ ਵੀ ਪਤਾ ਲੱਗਦਾ ਹੈ। ਫਿਲਿੱਪੀਆਂ ਦੀ ਕਿਤਾਬ ਅਧਿਆਇ 1। ਮਸੀਹ ਯਿਸੂ ਦੇ ਦਾਸਾਂ ਪੌਲੂਸ ਅਤੇ ਤਿਮੋਥੀਉਸ ਵੱਲੋਂ ਫਿਲਿੱਪੇ ਦੇ ਸਭ ਲੋਕਾਂ ਅਤੇ ਉਹਨਾਂ ਦੇ ਆਤਮਿਕ ਰੱਖਿਅਕਾਂ ਅਤੇ ਸੇਵਾਦਾਰਾਂ ਨੂੰ ਜੋ ਮਸੀਹ ਦੀ ਸੰਗਤ ਵਿੱਚ ਹੋਣ ਕਾਰਨ ਪਰਮੇਸ਼ਰ ਦੇ ਲੋਕ ਹਨ, ਨਮਸਕਾਰ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਜਦੋਂ ਵੀ ਮੈਨੂੰ ਤੁਹਾਡੀ ਸਭ ਦੀ ਯਾਦ ਆਉਂਦੀ ਹੈ ਤਾਂ ਮੈਂ ਆਪਣੇ ਪਰਮੇਸ਼ਰ ਨੂੰ ਧੰਨਵਾਦ ਦਿੰਦਾ ਹਾਂ। ਇਸੇ ਤਰ੍ਹਾਂ ਮੈਂ ਜਦੋਂ ਵੀ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਪ੍ਰਾਰਥਨਾ ਆਨੰਦ ਨਾਲ ਭਰੀ ਹੁੰਦੀ ਹੈ, ਕਿਉਂਕਿ ਸ਼ੁਰੂ ਤੋਂ ਲੈ ਕੇ ਇਸ ਸਮੇਂ ਤੱਕ ਤੁਸੀਂ ਸ਼ੁਭ ਸਮਾਚਾਰ ਦੇ ਪ੍ਰਚਾਰ ਵਿੱਚ ਮੇਰੇ ਹਿੱਸੇਦਾਰ ਬਣੇ ਹੋ। ਮੇਰਾ ਇਹ ਪੱਕਾ ਭਰੋਸਾ ਹੈ ਕਿ ਜਿਸ ਪਰਮੇਸ਼ਰ ਨੇ ਤੁਹਾਡੇ ਵਿੱਚ ਇੱਕ ਭਲਾ ਕੰਮ ਸ਼ੁਰੂ ਕੀਤਾ ਸੀ, ਉਹੀ ਇਸ ਨੂੰ ਮਸੀਹ ਦੇ ਦਿਨ ਤੱਕ ਪੂਰਾ ਵੀ ਕਰੇਗਾ। ਇਹ ਠੀਕ ਵੀ ਹੈ ਕਿ ਮੈਂ ਤੁਹਾਡੇ ਸਭ ਦੇ ਲਈ ਇਹੋ ਜਿਹੇ ਵਿਚਾਰ ਰੱਖਾਂ, ਕਿਉਂਕਿ ਤੁਹਾਡੀ ਮੇਰੇ ਦਿਲ ਵਿੱਚ ਇੱਕ ਖਾਸ ਥਾਂ ਬਣ ਗਈ ਹੈ। ਤੁਸੀਂ ਹਰ ਹਾਲ ਵਿੱਚ ਕਿਰਪਾ ਦੇ ਮਿਲੇ ਮੇਰੇ ਦਾਨ ਵਿੱਚ ਹਿੱਸੇਦਾਰ ਰਹੇ ਹੋ, ਚਾਹੇ ਮੈਂ ਕੈਦ ਵਿੱਚ ਰਿਹਾ ਹਾਂ ਜਾਂ ਸ਼ੁਭ ਸਮਾਚਾਰ ਦੀ ਰੱਖਿਆ ਅਤੇ ਸਬੂਤ ਲਈ ਸੱਦਿਆ ਗਿਆ। ਪਰਮੇਸ਼ਰ ਆਪ ਮੇਰਾ ਗਵਾਹ ਹੈ ਕਿ ਕਿਸ ਤਰ੍ਹਾਂ ਮਸੀਹ ਯਿਸੂ ਦੀ ਤਰ੍ਹਾਂ ਹੀ ਮੇਰੇ ਦਿਲ ਵਿੱਚ ਤੁਹਾਡੇ ਲਈ ਚਾਹ ਹੈ। ਮੇਰੀ ਪ੍ਰਾਰਥਨਾ ਇਹ ਹੈ, ਤੁਹਾਡਾ ਪਿਆਰ ਬਹੁਤੇ ਤੋਂ ਬਹੁਤਾ ਵੱਧਦਾ ਜਾਵੇ ਅਤੇ ਤੁਸੀਂ ਸਭ ਤਰ੍ਹਾਂ ਦੇ ਗਿਆਨ ਅਤੇ ਅੰਤਰਦ੍ਰਿਸ਼ਟੀ ਨਾਲ ਭਰਪੂਰ ਹੁੰਦੇ ਜਾਵੋ। ਇਹ ਹੋਣ ਤੇ ਹੀ ਤੁਸੀਂ ਸੱਚ ਝੂਠ ਦਾ ਨਿਤਾਰਾ ਕਰ ਸਕੋਗੇ ਅਤੇ ਮਸੀਹ ਦਾ ਦਿਨ ਆਉਣ ਤੇ ਸ਼ੁੱਧ ਅਤੇ ਨਿਰਦੋਸ਼ ਠਹਿਰੋਗੇ। ਇਸ ਤਰ੍ਹਾਂ ਤੁਸੀਂ ਉਸ ਭਲਾਈ ਦੀ ਫਸਲ ਪੈਦਾ ਕਰੋਗੇ ਜੋ ਕੇਵਲ ਯਿਸੂ ਮਸੀਹ ਤੋਂ ਪਰਮੇਸ਼ਰ ਦੀ ਵਡਿਆਈ ਅਤੇ ਮਹਿਮਾ ਦੇ ਲਈ ਮਿਲ ਸਕਦੀ ਹੈ। ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੁਝ ਮੇਰੇ ਤੇ ਵਾਪਰਿਆ ਹੈ, ਇਸ ਸਭ ਦੁਆਰਾ ਸ਼ੁਭ ਸਮਾਚਾਰ ਦਾ ਵਾਧਾ ਹੀ ਹੋਇਆ ਹੈ। ਮੇਰੇ ਤੇ ਲੱਗੇ ਪਹਿਰੇਦਾਰ ਅਤੇ ਬਾਕੀ ਸਭ ਲੋਕ ਵੀ ਜਾਣ ਗਏ ਹਨ ਕਿ ਮੈਂ ਆਪਣੇ ਮਸੀਹੀ ਵਿਸ਼ਵਾਸ ਦੇ ਕਾਰਨ ਹੀ ਕੈਦ ਵਿੱਚ ਹਾਂ। ਮੇਰੀ ਕੈਦ ਦੇ ਰਾਹੀਂ ਬਹੁਤ ਸਾਰੇ ਹੋਰ ਮਸੀਹੀ ਭਰਾਵਾਂ ਨੂੰ ਨਿਡਰਤਾ ਤੇ ਦਲੇਰੀ ਨਾਲ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦਾ ਉਤਸ਼ਾਹ ਮਿਲਿਆ ਹੈ। ਹਾਂ, ਉਹਨਾਂ ਵਿੱਚੋਂ ਕੁਝ ਤਾਂ ਕੇਵਲ ਆਪਣੀ ਈਰਖਾ ਵਾਲੀਆਂ ਤੇ ਵਿਰੋਧੀ ਭਾਵਨਾਵਾਂ ਦੇ ਕਾਰਨ ਹੀ ਪ੍ਰਚਾਰ ਕਰਦੇ ਹਨ, ਪਰ ਦੂਜੇ ਇਹੋ ਜਿਹੇ ਵੀ ਹਨ ਜੋ ਸੱਚੇ ਦਿਲੋਂ ਖੁਸ਼ੀ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ। ਉਹ ਲੋਕ ਵੀ ਹਨ ਜੋ ਮਸੀਹੀ ਪਿਆਰ ਦੇ ਕਾਰਨ ਇਹ ਕੰਮ ਕਰਦੇ ਹਨ ਅਤੇ ਜਾਣਦੇ ਹਨ ਕਿ ਮੈਂ ਸ਼ੁਭ ਸਮਾਚਾਰ ਦੀ ਰੱਖਿਆ ਲਈ ਹੀ ਇੱਥੇ ਹਾਂ। ਪਰ ਕੁਝ ਦੂਜੇ ਵੀ ਹਨ ਜਿਨ੍ਹਾਂ ਦੇ ਉਦੇਸ਼ ਰਲੇ ਮਿਲੇ ਹਨ
ਅਤੇ ਉਹ ਕੇਵਲ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ ਹੀ ਮਸੀਹ ਦਾ ਪ੍ਰਚਾਰ ਕਰਦੇ ਹਨ। ਉਹ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ਮੇਰੇ ਕੈਦ ਵਿਚਲੇ ਦੁੱਖਾਂ ਵਿੱਚ ਵਾਧਾ ਕਰਦੇ ਹਨ। ਪਰ ਫਿਰ ਕੀ ਹੋਇਆ? ਕੁਝ ਵੀ ਨਹੀਂ, ਕਿਉਂਕਿ ਹਰ ਹਾਲਤ ਵਿੱਚ ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ, ਚਾਹੇ ਦਿਖਾਵੇ ਦੇ ਲਈ ਜਾਂ ਅਸਲ ਰੂਪ ਵਿੱਚ। ਇਸ ਦੇ ਲਈ ਮੈਂ ਖੁਸ਼ ਹਾਂ ਅਤੇ ਮੈਂ ਇਸੇ ਤਰ੍ਹਾਂ ਅੱਗੇ ਵੀ ਖੁਸ਼ ਰਹਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀ ਪ੍ਰਾਰਥਨਾ ਅਤੇ ਯਿਸੂ ਮਸੀਹ ਦੇ ਆਤਮਾ ਦੀ ਸ਼ਕਤੀ ਦੁਆਰਾ ਮੈਨੂੰ ਰਿਹਾਈ ਜ਼ਰੂਰ ਮਿਲੇਗੀ। ਮੈਨੂੰ ਪੂਰੀ ਆਸ਼ਾ ਹੈ ਅਤੇ ਮੇਰੇ ਮਨ ਦੀ ਚਾਹ ਵੀ ਇਹੀ ਹੈ ਕਿ ਮੈਂ ਕਿਸੇ ਤਰ੍ਹਾਂ ਹੁਣ ਪੂਰੀ ਦਲੇਰੀ ਨਾਲ, ਚਾਹੇ ਮੈਂ ਜੀਵਾਂ ਜਾਂ ਮਰਾਂ, ਮਸੀਹ ਦਾ ਪ੍ਰਚਾਰ ਕਰਾਂ, ਤਾਂ ਜੋ ਮੇਰੇ ਦੁਆਰਾ ਹਰ ਤਰ੍ਹਾਂ ਨਾਲ ਕੇਵਲ ਮਸੀਹ ਦੀ ਹੀ ਮਹਿਮਾ ਹੋਵੇ। ਥੋੜੇ ਸ਼ਬਦਾਂ ਵਿੱਚ ਮੇਰੇ ਲਈ ਜਿਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ। ਪਰ ਜੇਕਰ ਮੈਂ ਸਰੀਰਕ ਰੂਪ ਵਿੱਚ ਜਿਉਂਦਾ ਹਾਂ ਤਾਂ ਇਸ ਦਾ ਅਰਥ ਹੈ ਕਿ ਆਪਣੇ ਤੋਂ ਫਲ ਪੈਦਾ ਕਰਾਂ। ਇਸ ਹਾਲਤ ਵਿੱਚ ਮੈਂ ਨਹੀਂ ਜਾਣਦਾ ਕਿ ਮੈਂ ਕਿਸ ਨੂੰ ਚੁਣਾ। ਮੈਂ ਦੁਬਿਧਾ ਵਿੱਚ ਫਸਿਆ ਹੋਇਆ ਹਾਂ। ਮੇਰੀ ਚਾਹ ਤਾਂ ਇਹ ਹੈ ਕਿ ਮੈਂ ਇਸ ਸਰੀਰਕ ਜੀਵਨ ਤੋਂ ਵਿਦਾ ਲਵਾਂ ਅਤੇ ਮਸੀਹ ਦੇ ਕੋਲ ਜਾ ਰਹਾ। ਇਹ ਮੇਰੇ ਲਈ ਸਭ ਤੋਂ ਉੱਤਮ ਹੋਵੇਗਾ, ਪਰ ਤੁਹਾਡੀ ਖਾਤਰ ਇਹ ਹੋਰ ਵੀ ਜ਼ਰੂਰੀ ਹੈ ਕਿ ਮੈਂ ਜਿਉਂਦਾ ਰਹਾ। ਇਸ ਦਾ ਮੈਨੂੰ ਪੱਕਾ ਭਰੋਸਾ ਵੀ ਹੈ ਅਤੇ ਮੈਂ ਜਾਣਦਾ ਵੀ ਹਾਂ ਕਿ ਮੈਂ ਜੀਵਾਂਗਾ ਅਤੇ ਤੁਹਾਡੇ ਕੋਲ ਤੁਹਾਡੀ ਮਦਦ ਅਤੇ ਤੁਹਾਡੇ ਵਿਸ਼ਵਾਸ ਦੇ ਵਾਧੇ ਦੀ ਖੁਸ਼ੀ ਵਾਸਤੇ ਰਹਾਂਗਾ। ਇਸ ਲਈ ਦੁਬਾਰਾ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਯਿਸੂ ਦੀ ਸੰਗਤ ਕਾਰਨ ਤੁਸੀਂ ਮੇਰੇ ਤੇ ਹੋਰ ਵੀ ਅਧਿਕ ਮਾਣ ਕਰ ਸਕੋਗੇ। ਬਸ ਇੱਕ ਗੱਲ ਯਾਦ ਰੱਖੋ, ਤੁਹਾਡਾ ਹਰ ਰੋਜ਼ ਦਾ ਦੂਜਿਆਂ ਸੰਬੰਧੀ ਵਰਤਾਵ ਮਸੀਹ ਦੇ ਸ਼ੁਭ ਸਮਾਚਾਰ ਅਨੁਸਾਰ ਹੋਣਾ ਚਾਹੀਦਾ ਹੈ। ਬੇਸ਼ੱਕ ਮੈਂ ਤੁਹਾਡੇ ਤੋਂ ਦੂਰ ਹੋਵਾਂ, ਪਰ ਹਰ ਹਾਲਤ ਵਿੱਚ ਮੈਂ ਤੁਹਾਡੇ ਬਾਰੇ ਇਹੀ ਸੁਣਨਾ ਚਾਹੁੰਦਾ ਹਾਂ ਕਿ ਤੁਸੀਂ ਪੂਰੇ ਤੌਰ ਨਾਲ ਇੱਕ ਮਨ ਹੋ ਅਤੇ ਤੁਹਾਡਾ ਸਾਰਿਆਂ ਦਾ ਸ਼ੁਭ ਸਮਾਚਾਰ ਦੇ ਵਿਸ਼ਵਾਸ ਸੰਘਰਸ਼ ਸੰਬੰਧੀ ਇੱਕ ਹੀ ਉਦੇਸ਼ ਹੈ। ਨਾਲੇ ਇਹ ਵੀ ਕਿ ਤੁਸੀਂ ਆਪਣੇ ਵਿਰੋਧੀਆਂ ਦਾ ਦਲੇਰੀ ਨਾਲ ਮੁਕਾਬਲਾ ਕਰ ਰਹੇ ਹੋ। ਇਸੇ ਤੋਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਨਾਸ਼ ਹੋਣਗੇ ਅਤੇ ਤੁਸੀਂ ਬਚਾਏ ਜਾਵੋਗੇ। ਇਹ ਸਭ ਪਰਮੇਸ਼ਰ ਆਪ ਕਰੇਗਾ। ਪਰਮੇਸ਼ਰ ਨੇ ਤੁਹਾਨੂੰ ਕੇਵਲ ਮਸੀਹ ਤੇ ਵਿਸ਼ਵਾਸ ਕਰਨ ਦੁਆਰਾ ਸੇਵਾ ਦੀ ਹੀ ਦਾਤ ਨਹੀਂ ਦਿੱਤੀ ਹੈ, ਸਗੋਂ ਉਸ ਦੇ ਲਈ ਦੁੱਖ ਸਹਿਣ ਦੁਆਰਾ ਵੀ। ਤੁਹਾਡਾ ਅਤੇ ਮੇਰਾ ਇਹੀ ਇੱਕ ਸੰਘਰਸ਼ ਹੈ। ਇੱਕ ਵਾਰ ਤੁਸੀਂ ਮੈਨੂੰ ਇਹ ਸੰਘਰਸ਼ ਕਰਦੇ ਦੇਖ ਵੀ ਚੁੱਕੇ ਹੋ ਅਤੇ ਹੁਣ ਜਿਸ ਤਰ੍ਹਾਂ ਤੁਸੀਂ ਸੁਣ ਰਹੇ ਹੋ, ਮੈਂ ਅਜੇ ਵੀ ਉਸੇ ਸੰਘਰਸ਼ ਵਿੱਚ ਲੱਗਾ ਹੋਇਆ ਹਾਂ। ਫਿਲਿੱਪੀਆਂ ਦੀ ਕਿਤਾਬ ਅਧਿਆਇ 2। ਇਸ ਲਈ ਜੇਕਰ ਤੁਹਾਨੂੰ ਮਸੀਹ ਦੀ ਸੰਗਤ ਤੋਂ ਕੁਝ ਬਲ ਅਤੇ ਉਸ ਦੇ ਪਿਆਰ ਤੋਂ ਉਤਸ਼ਾਹ ਮਿਲਦਾ ਹੈ ਅਤੇ ਤੁਹਾਡੇ ਵਿੱਚ ਆਤਮਿਕ ਸੰਗਤੀ, ਦਰਦ ਅਤੇ ਤਰਸ ਹੈ, ਤਾਂ ਫਿਰ ਮੇਰੀ ਖੁਸ਼ੀ ਪੂਰੀ ਕਰੋ। ਇੱਕ ਮਨ ਹੋ ਕੇ, ਆਪੋ ਵਿੱਚ ਬਰਾਬਰ ਪਿਆਰ ਰੱਖ ਕੇ, ਇੱਕ ਆਤਮਾ ਦੀ ਏਕਤਾ ਰੱਖ ਕੇ ਅਤੇ ਆਪੋ ਵਿੱਚ ਇੱਕ ਮਤ ਹੋ ਕੇ ਆਪਣੀ ਹੀ ਭਲਾਈ ਬਾਰੇ ਸੋਚਣ ਅਤੇ ਝੂਠੀ ਵਡਿਆਈ ਤੋਂ ਦੂਰ ਰਹੋ। ਸਗੋਂ ਤੁਸੀਂ ਇੰਨੇ ਨਰਮ ਬਣੋ ਕਿ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝੋ। ਤੁਸੀਂ ਕੇਵਲ ਆਪਣਾ ਹੀ ਭਲਾ ਨਾ ਤੱਕੋ, ਸਗੋਂ ਦੂਜਿਆਂ ਦਾ ਵੀ ਧਿਆਨ ਰੱਖੋ। ਗੱਲ ਕੀ, ਆਪਣੇ ਅੰਦਰ ਮਸੀਹ ਯਿਸੂ ਜਿਹਾ ਮਨ ਰੱਖੋ। ਉਹ ਆਦਿ ਤੋਂ ਹੀ ਪਰਮੇਸ਼ਰ ਦਾ ਸਰੂਪ ਸੀ, ਪਰ ਫਿਰ ਵੀ ਉਸਨੇ ਆਪਣੇ ਆਪ ਨੂੰ ਬਲਪੂਰਵਕ ਪਰਮੇਸ਼ਰ ਦੇ ਬਰਾਬਰ ਨਾ ਸਮਝਣਾ ਚਾਹਿਆ, ਸਗੋਂ ਉਸਨੇ ਇਸ ਦੀ ਥਾਂ ਆਪਣੇ ਆਪ ਨੂੰ ਖਾਲੀ ਕਰਕੇ ਇੱਕ ਦਾਸ ਦਾ ਰੂਪ ਧਾਰ ਲਿਆ ਅਤੇ ਪੂਰਨ ਮਨੁੱਖ ਬਣ ਕੇ ਪ੍ਰਗਟ ਹੋਇਆ। ਉਸਨੇ ਆਪਣੇ ਆਪ ਨੂੰ ਨਮਰ ਕੀਤਾ ਅਤੇ ਮੌਤ ਤੱਕ ਆਗਿਆਕਾਰ ਰਿਹਾ, ਇੱਥੋਂ ਤੱਕ ਕਿ ਸਲੀਬੀ ਮੌਤ ਤੱਕ। ਇਸੇ ਲਈ ਪਰਮੇਸ਼ਰ ਨੇ ਵੀ ਉਸ ਨੂੰ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਂ ਦਿੱਤਾ ਜੋ ਸਭ ਨਾਮਾਂ ਤੋਂ ਉੱਚਾ ਹੈ, ਤਾਂ ਜੋ ਯਿਸੂ ਮਸੀਹ ਦੇ ਨਾਂ ਤੇ ਹਰ ਵਿਅਕਤੀ ਝੁਕੇ, ਚਾਹੇ ਉਹ ਅਸਮਾਨ ਤੇ ਹੋਵੇ ਜਾਂ ਜ਼ਮੀਨ ਤੇ ਜਾਂ ਜ਼ਮੀਨ ਦੇ ਥੱਲੇ। ਹਰ ਮਨੁੱਖ ਪਰਮੇਸ਼ਰ ਪਿਤਾ ਦੀ ਮਹਿਮਾ ਵਿੱਚ ਖੁੱਲੇ ਆਮ ਮੰਨੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ। ਸੋ ਮੇਰੇ ਪਿਆਰੇ ਮਿੱਤਰੋ, ਜਿਸ ਤਰ੍ਹਾਂ ਤੁਹਾਡੇ ਕੋਲ ਹੋਣ ਤੇ ਤੁਸੀਂ ਮੇਰੇ ਹਮੇਸ਼ਾ ਆਗਿਆ ਕਰ ਰਹੇ ਹੋ, ਉਸੇ ਤਰ੍ਹਾਂ ਹੁਣ ਉਸ ਤੋਂ ਵੀ ਅਧਿਕ ਮੇਰੇ ਦੂਰ ਰਹਿਣ ਤੇ ਰਹੋ। ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਪ੍ਰਾਪਤੀ ਲਈ ਅੱਗੇ ਵਧਦੇ ਜਾਓ, ਕਿਉਂਕਿ ਪਰਮੇਸ਼ਰ ਆਪ ਤੁਹਾਡੇ ਵਿੱਚ ਰਹਿ ਕੇ ਕੰਮ ਕਰਦਾ ਹੈ।
ਕਿ ਉਹ ਤੁਹਾਡੀ ਇੱਛਾ ਅਤੇ ਕੰਮਾਂ ਨੂੰ ਆਪਣੇ ਉਦੇਸ਼ ਅਨੁਸਾਰ ਪ੍ਰੇਰਣਾ ਦੇਵੇ। ਹਰ ਕੰਮ ਕਰੋ ਪਰ ਬਿਨਾਂ ਬੁੜਬੁੜਾਏ ਅਤੇ ਬਹਿਸ ਕੀਤੇ। ਆਪਣੇ ਆਪ ਨੂੰ ਨਿਹਕਲੰਕ ਅਤੇ ਇਸ ਤਰ੍ਹਾਂ ਦੇ ਬਣਾਓ ਕਿ ਕੋਈ ਸ਼ੱਕ ਨਾ ਕਰ ਸਕੇ। ਇਸ ਤਰ੍ਹਾਂ ਤੁਸੀਂ ਇਸ ਵਿਗੜੀ ਹੋਈ ਅਤੇ ਕੁਰਾਹੇ ਪਈ ਹੋਈ ਪੀੜ੍ਹੀ ਵਿੱਚ ਪਰਮੇਸ਼ਰ ਦੀ ਨਿਰਦੋਸ਼ ਸੰਤਾਨ ਠਹਿਰੋਗੇ। ਫਿਰ ਤੁਸੀਂ ਚਾਨਣ ਦੀ ਤਰ੍ਹਾਂ ਸੰਸਾਰ ਵਿੱਚ ਚਮਕੋਗੇ ਅਤੇ ਉਸ ਨੂੰ ਜੀਵਨ ਵਚਨ ਦੇਵੋਗੇ। ਇਸ ਤੋਂ ਮੈਂ ਮਸੀਹ ਦੇ ਦਿਨ ਤੁਹਾਡੇ ਤੇ ਘਮੰਡ ਕਰ ਸਕਾਂਗਾ ਕਿ ਮੇਰੀ ਸਾਰੀ ਦੌੜ ਐਵੇਂ ਨਹੀਂ ਗਈ ਅਤੇ ਨਾ ਹੀ ਮੇਰਾ ਕੰਮ ਵਿਅਰਥ ਗਿਆ ਹੈ। ਹੋ ਸਕਦਾ ਹੈ ਕਿ ਮੇਰਾ ਖੂਨ ਕੁਰਬਾਨੀ ਦੇ ਤੌਰ ਤੇ ਤੁਹਾਡੇ ਵਿਸ਼ਵਾਸ ਦੀ ਕੁਰਬਾਨੀ ਵੱਲੋਂ ਬਹਾਇਆ ਜਾਵੇ। ਜੇਕਰ ਇਸ ਤਰ੍ਹਾਂ ਹੋਵੇ ਤਾਂ ਮੇਰੇ ਲਈ ਇਸ ਤੋਂ ਵੱਡੀ ਆਨੰਦ ਵਾਲੀ ਹੋਰ ਕੋਈ ਗੱਲ ਨਹੀਂ ਹੋਵੇਗੀ। ਮੈਂ ਤਾਂ ਤੁਹਾਨੂੰ ਆਪਣੀ ਇਸ ਖੁਸ਼ੀ ਦੇ ਬਿਨਾਂ ਕਿਸੇ ਝਿਜਕ ਦੇ ਹਿੱਸੇਦਾਰ ਬਣਾਵਾਂਗਾ। ਇਸੇ ਤਰ੍ਹਾਂ ਤੁਹਾਨੂੰ ਵੀ ਖੁਸ਼ੀ ਹੋਣੀ ਚਾਹੀਦੀ ਹੈ ਅਤੇ ਮੈਨੂੰ ਵੀ ਆਪਣੀ ਉਸ ਖੁਸ਼ੀ ਦੇ ਹਿੱਸੇਦਾਰ ਬਣਾਓ। ਜੇਕਰ ਪ੍ਰਭੂ ਯਿਸੂ ਨੇ ਚਾਹਿਆ ਤਾਂ ਮੈਂ ਤਿਮੋਥੀਉਸ ਨੂੰ ਤੁਹਾਡੇ ਕੋਲ ਛੇਤੀ ਹੀ ਘੱਲਾਂਗਾ। ਤੁਹਾਡੇ ਬਾਰੇ ਜਾਣ ਕੇ ਮੈਨੂੰ ਆਨੰਦ ਮਿਲੇਗਾ। ਕੇਵਲ ਉਹੀ ਇੱਕ ਹੈ ਜੋ ਤੁਹਾਡੇ ਬਾਰੇ ਮੇਰੇ ਵਰਗੇ ਵਿਚਾਰ ਰੱਖਦਾ ਹੈ ਅਤੇ ਤੁਹਾਡੀ ਚਿੰਤਾ ਵੀ ਕਰਦਾ ਹੈ। ਦੂਜੇ ਸਭ ਕੇਵਲ ਆਪਣੇ ਆਪਣੇ ਭਲੇ ਦੀ ਹੀ ਚਿੰਤਾ ਵਿੱਚ ਹਨ, ਨਾ ਕਿ ਯਿਸੂ ਮਸੀਹ ਦੇ ਕੰਮ ਦੀ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਸ ਨੇ ਕਿਸ ਤਰ੍ਹਾਂ ਇੱਕ ਪੁੱਤਰ ਦੇ ਵਾਂਗ ਮੇਰੀ ਅਗਵਾਈ ਵਿੱਚ ਰਹਿ ਕੇ ਸ਼ੁਭ ਸਮਾਚਾਰ ਦੇ ਲਈ ਕੰਮ ਕੀਤਾ ਹੈ। ਇਸ ਤਰ੍ਹਾਂ ਮੈਨੂੰ ਉਮੀਦ ਹੈ ਕਿ ਮੈਂ ਤਿਮੋਥੀਉਸ ਨੂੰ ਤੁਹਾਡੇ ਕੋਲ ਆਪਣੇ ਸਭ ਕੰਮਾਂ ਦੇ ਬਾਰੇ ਪਤਾ ਲੱਗ ਜਾਣ ਦੇ ਪਿੱਛੋਂ ਛੇਤੀ ਹੀ ਘੱਲਾਂਗਾ। ਹਾਂ, ਮੈਨੂੰ ਇਹ ਵੀ ਪੂਰਾ ਭਰੋਸਾ ਹੈ ਕਿ ਜੇਕਰ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਬਹੁਤ ਛੇਤੀ ਆਪ ਵੀ ਤੁਹਾਡੇ ਕੋਲ ਆਵਾਂਗਾ। ਮੈਂ ਇਹ ਵੀ ਜ਼ਰੂਰੀ ਸਮਝਦਾ ਹਾਂ ਕਿ ਮੈਂ ਭਰਾ ਇਪਾਫਰੋਦੀਤੁਸ ਨੂੰ ਤੁਹਾਡੇ ਕੋਲ ਵਾਪਸ ਘੱਲਾਂ। ਉਸ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਦੇ ਘੋਲ ਵਿੱਚ ਹਿੱਸਾ ਲਿਆ ਹੈ। ਉਸ ਨੂੰ ਤੁਸੀਂ ਹੀ ਮੇਰੀ ਲੋੜ ਵੇਲੇ ਸੇਵਾ ਦੇ ਲਈ ਘੱਲਿਆ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਤੁਸੀਂ ਉਸ ਦੀ ਬਿਮਾਰੀ ਬਾਰੇ ਸੁਣ ਚੁੱਕੇ ਹੋ ਤਾਂ ਉਸ ਸਮੇਂ ਤੋਂ ਉਹ ਤੁਹਾਡੇ ਮਿਲਣ ਲਈ ਬਹੁਤ ਚਾਹਵਾਨ ਅਤੇ ਤੁਹਾਡੇ ਲਈ ਚਿੰਤਾਵਾਨ ਵੀ ਹੈ। ਇਹ ਸੱਚ ਹੈ ਕਿ ਉਹ ਬਹੁਤ ਬਿਮਾਰ ਹੋ ਗਿਆ ਸੀ, ਇੱਥੋਂ ਤੱਕ ਕਿ ਮਰਨ ਤੱਕ, ਪਰ ਪਰਮੇਸ਼ਰ ਨੇ ਉਸ ਤੇ ਤਰਸ ਖਾਧਾ ਹੈ, ਨਾ ਕੇਵਲ ਉਸ ਤੇ ਸਗੋਂ ਮੇਰੇ ਤੇ ਵੀ, ਕਿਉਂਕਿ ਉਸ ਨੇ ਮੈਨੂੰ ਇੱਕ ਦੇ ਪਿੱਛੋਂ ਦੂਜੇ ਦੁੱਖ ਦਾ ਮੁਕਾਬਲਾ ਕਰਨ ਤੋਂ ਬਚਾ ਲਿਆ ਹੈ। ਇਹੀ ਕਾਰਨ ਹੈ ਕਿ ਮੈਂ ਉਸ ਨੂੰ ਤੁਹਾਡੇ ਕੋਲ ਘੱਲਣ ਦਾ ਹੋਰ ਵੀ ਚਾਹਵਾਨ ਹਾਂ ਕਿ ਤੁਸੀਂ ਉਸ ਨੂੰ ਮਿਲ ਕੇ ਖੁਸ਼ ਹੋਵੋ ਅਤੇ ਮੇਰਾ ਮਨ ਵੀ ਇਸ ਨਾਲ ਕੁਝ ਹੌਲਾ ਹੋਵੇ। ਇਸ ਲਈ ਤੁਸੀਂ ਉਸ ਨੂੰ ਸੱਚਾ ਆਨੰਦ ਅਤੇ ਮਸੀਹਾਂ ਵਾਲਾ ਸਵਾਗਤ ਦੇਵੋ। ਤੁਹਾਨੂੰ ਇਹੋ ਜਿਹੇ ਆਦਮੀਆਂ ਦਾ ਆਦਰ ਕਰਨਾ ਚਾਹੀਦਾ ਹੈ। ਮਸੀਹ ਦੀ ਸੇਵਾ ਦੇ ਕਾਰਨ ਹੀ ਉਹ ਮੌਤ ਦੇ ਮੂੰਹ ਤੱਕ ਪਹੁੰਚ ਗਿਆ ਸੀ। ਤੁਸੀਂ ਉਸ ਵੇਲੇ ਉੱਥੇ ਨਹੀਂ ਆ ਸਕਦੇ ਸੋ, ਪਰ ਉਸ ਨੇ ਤੁਹਾਡੀ ਥਾਂ ਦੀ ਵੀ ਪੂਰਤੀ ਕੀਤੀ ਅਤੇ ਆਪਣੀ ਜਾਨ ਦੀ ਬਾਜੀ ਲਾ ਦਿੱਤੀ। ਫਿਲਿੱਪੀਆਂ ਦੀ ਕਿਤਾਬ ਅਧਿਆਇ 3। ਹੁਣ ਮੇਰੇ ਵੀਰੋ, ਪ੍ਰਭੂ ਤੁਹਾਨੂੰ ਆਪਣੇ ਆਨੰਦ ਦੀ ਦਾਤ ਦੇਵੇ। ਮੈਂ ਜੋ ਕੁਝ ਅੱਗੇ ਕਹਿ ਚੁੱਕਾ ਹਾਂ ਫਿਰ ਕਹਿ ਰਿਹਾ ਹਾਂ। ਮੈਨੂੰ ਇਸ ਤੋਂ ਕੋਈ ਦੁੱਖ ਨਹੀਂ ਹੈ, ਕਿਉਂਕਿ ਇਹ ਤੁਹਾਡੀ ਹੀ ਸੁਰੱਖਿਆ ਲਈ ਹੈ। ਤੁਹਾਨੂੰ ਉਹਨਾਂ ਕੁੱਤਿਆਂ ਅਰਥਾਤ ਭੈੜੇ ਰਿਵਾਜਾਂ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਖਾਸ ਕਰਕੇ ਜੋ ਸਰੀਰਕ ਸੁੰਨਤ ਦੇ ਹੱਕ ਵਿੱਚ ਹਨ। ਅਸਲੀ ਸੁੰਨਤ ਅਸੀਂ ਹਾਂ। ਸਾਡੀ ਭਗਤੀ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਹੇਠ ਹੈ। ਸਾਡਾ ਘਮੰਡ ਵੀ ਕੇਵਲ ਯਿਸੂ ਮਸੀਹ ਤੇ ਹੀ ਹੈ। ਨਾਲੇ ਸਾਡਾ ਕਿਸੇ ਬਾਹਰੀ ਚੀਜ਼ ਤੇ ਭਰੋਸਾ ਵੀ ਨਹੀਂ ਹੈ। ਬੇਸ਼ੱਕ ਮੈਂ ਤਾਂ ਆਪ ਇਸ ਤੇ ਭਰੋਸਾ ਵੀ ਰੱਖ ਸਕਦਾ ਹਾਂ। ਜੇਕਰ ਦੂਜੇ ਇਸ ਸਰੀਰਕ ਰੀਤ ਤੇ ਭਰੋਸਾ ਰੱਖ ਸਕਦੇ ਹਨ ਤਾਂ ਮੈਂ ਤਾਂ ਉਹਨਾਂ ਤੋਂ ਵੀ ਅਧਿਕ ਵੱਧ ਭਰੋਸਾ ਰੱਖ ਸਕਦਾ ਹਾਂ। ਮੇਰੀ ਸੁੰਨਤ ਠੀਕ 8ਵੇਂ ਦਿਨ ਕੀਤੀ ਗਈ ਸੀ। ਮੈਂ ਇਜ਼ਰਾਈਲੀ ਕੌਮ ਵਿੱਚੋਂ ਹਾਂ। ਮੇਰਾ ਬਿਨਯਾਮੀਨ ਦੇ ਕਬੀਲੇ ਨਾਲ ਸੰਬੰਧ ਹੈ ਅਤੇ ਮੈਂ ਇੱਕ ਇਬਰਾਨੀ ਪੁੱਤਰ ਹਾਂ। ਫਿਰ ਵਿਵਸਥਾ ਦੇ ਮੰਨਣ ਵੱਲੋਂ ਮੇਰਾ ਸੰਬੰਧ ਫਰੀਸੀ ਦਲ ਨਾਲ ਹੈ। ਮੈਂ ਇੱਥੋਂ ਤੱਕ ਉਤਸ਼ਾਹੀ ਸਾਂ ਕਿ ਮੈਂ ਮਸੀਹੀ ਵਿਸ਼ਵਾਸ ਸੰਗਤ ਤੇ ਅਤਿਆਚਾਰ ਕੀਤੇ ਅਤੇ ਵਿਵਸਥਾ ਦੇ ਪੂਰੇ ਕਰਨ ਵੱਲ ਮੇਰੇ ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ ਸੀ। ਪਰ ਇਹਨਾਂ ਸਭ ਲਾਭਾਂ ਨੂੰ ਮੈਂ ਮਸੀਹ ਦੇ ਮੁਕਾਬਲੇ ਵਿੱਚ ਘਾਟਾ ਸਮਝਿਆ। ਕੇਵਲ ਇਹੀ ਨਹੀਂ, ਮੈਂ ਇਹ ਜਾਣਦੇ ਹੋਏ ਕਿ ਮਸੀਹ ਯਿਸੂ ਸਭ ਚੀਜ਼ਾਂ ਨਾਲੋਂ ਉੱਤਮ ਹੈ, ਮੈਂ ਉਹ ਸਭ ਨੂੰ ਉਸ ਦੇ ਮੁਕਾਬਲੇ ਵਿੱਚ ਘਟੀਆ ਸਮਝਿਆ ਅਤੇ ਉਸ ਕਾਰਨ ਸਭ ਕੁਝ ਤਿਆਗ ਦਿੱਤਾ ਹੈ।
ਮੈਂ ਤਾਂ ਇਸ ਸਭ ਨੂੰ ਨਿਕੰਮਾ ਕੂੜਾ ਸਮਝਾਂਗਾ ਜੇਕਰ ਮੈਨੂੰ ਕੇਵਲ ਮਸੀਹ ਬਦਲੇ ਵਿੱਚ ਮਿਲ ਜਾਵੇ ਅਤੇ ਉਸ ਦੀ ਨੇੜੇ ਦੀ ਸੰਗਤ ਮਿਲ ਜਾਵੇ। ਮੈਂ ਕਿਸੇ ਵਿਵਸਥਾ ਦੁਆਰਾ ਪ੍ਰਾਪਤ ਕੀਤੀ ਆਪਣੀ ਧਾਰਮਿਕਤਾ ਦਾ ਚਾਹਵਾਨ ਨਹੀਂ ਹਾਂ, ਸਗੋਂ ਉਸ ਦੀ ਸੱਚੀ ਧਾਰਮਿਕਤਾ ਦਾ ਚਾਹਵਾਨ ਹਾਂ ਜੋ ਮਸੀਹ ਤੇ ਵਿਸ਼ਵਾਸ ਕਰਨ ਦੁਆਰਾ ਮਿਲਦੀ ਹੈ, ਅਰਥਾਤ ਜੋ ਪਰਮੇਸ਼ਰ ਆਪ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੰਦਾ ਹੈ। ਹਾਂ, ਮੈਂ ਤਾਂ ਕੇਵਲ ਮਸੀਹ ਅਤੇ ਉਸ ਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣਨ ਦਾ ਹੀ ਚਾਹਵਾਨ ਹਾਂ। ਇਸ ਦੇ ਨਾਲ ਹੀ ਮੈਂ ਉਸ ਦੇ ਦੁੱਖਾਂ ਦਾ ਹਿੱਸੇਦਾਰ ਅਤੇ ਉਸ ਦੀ ਮੌਤ ਦਾ ਸਾਂਝੀਦਾਰ ਹੋਣ ਦਾ ਵੀ ਚਾਹਵਾਨ ਹਾਂ। ਹਾਂ, ਜੇਕਰ ਮੈਂ ਦਲੇਰੀ ਨਾਲ ਕਿਸੇ ਚੀਜ਼ ਦੇ ਮਿਲਣ ਦੀ ਉਮੀਦ ਕਰ ਸਕਦਾ ਹਾਂ ਤਾਂ ਕੇਵਲ ਇਸ ਚੀਜ਼ ਦੀ ਕਿ ਮਰਨ ਦੇ ਪਿੱਛੋਂ ਮੈਂ ਫਿਰ ਜੀ ਉੱਠਾਂ। ਪਰ ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਮੈਨੂੰ ਇਹ ਸਭ ਕੁਝ ਮਿਲ ਚੁੱਕਾ ਹੈ, ਮੈਂ ਪੂਰਨ ਹੋ ਗਿਆ ਹਾਂ, ਪਰ ਮੈਂ ਪੂਰੇ ਯਤਨ ਨਾਲ ਇਸ ਨੂੰ ਪਕੜੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਕਿਉਂਕਿ ਇਸੇ ਲਈ ਮਸੀਹ ਯਿਸੂ ਨੇ ਮੈਨੂੰ ਇੱਕ ਸਮੇਂ ਪਕੜਿਆ ਸੀ। ਮੇਰੇ ਵੀਰੋ, ਮੈਂ ਅਜੇ ਇਹ ਨਹੀਂ ਸਮਝਦਾ ਕਿ ਮੇਰੀ ਪਕੜ ਕਾਫੀ ਪੱਕੀ ਹੋ ਗਈ ਹੈ। ਇਸ ਸਮੇਂ ਤਾਂ ਮੇਰਾ ਇੱਕ ਹੀ ਗੱਲ ਵੱਲ ਧਿਆਨ ਹੈ। ਮੈਂ ਪਿਛਲੇ ਸਭ ਨੂੰ ਭੁੱਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਤਾਂ ਪਰਮੇਸ਼ਰ ਦੇ ਸੱਦੇ ਅਨੁਸਾਰ ਮਸੀਹ ਯਿਸੂ ਵਿੱਚ ਜੀਵਨ ਦੇ ਇਨਾਮ ਪ੍ਰਾਪਤੀ ਲਈ ਅੱਗੇ ਨਿਸ਼ਾਨੇ ਵੱਲ ਦੌੜ ਰਿਹਾ ਹਾਂ। ਇਸੇ ਤਰ੍ਹਾਂ ਸਾਡੇ ਵਿੱਚੋਂ ਹਰ ਸਿਆਣੇ ਵਿਸ਼ਵਾਸੀ ਨੂੰ ਸੋਚਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਕਿਸੇ ਫਰਕ ਢੰਗ ਨਾਲ ਸੋਚ ਰਹੇ ਹੋ ਤਾਂ ਪਰਮੇਸ਼ਰ ਇਹ ਵੀ ਤੁਹਾਡੇ ਤੇ ਸਾਫ਼ ਪ੍ਰਗਟ ਕਰ ਦੇਵੇਗਾ। ਪਰ ਫਿਰ ਕੁਝ ਵੀ ਕਿਉਂ ਨਾ ਹੋਵੇ, ਸਾਨੂੰ ਉਹਨਾਂ ਸਭ ਅਸੂਲਾਂ ਦੇ ਅਨੁਸਾਰ ਚੱਲਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਅਨੁਸਾਰ ਅਸੀਂ ਅੱਜ ਤੱਕ ਚੱਲਦੇ ਆ ਰਹੇ ਹਾਂ। ਇਹ ਕਰਨ ਵਿੱਚ ਮੇਰੇ ਅਨੁਸਾਰੀ ਬਣੋ। ਭਰਾਵੋ, ਅਸੀਂ ਤੁਹਾਡੇ ਲਈ ਇੱਕ ਉਦਾਹਰਣ ਕਾਇਮ ਕਰ ਦਿੱਤੀ ਹੈ। ਉਹਨਾਂ ਸਭ ਦੇ ਜੀਵਨਾਂ ਤੇ ਵੀ ਧਿਆਨ ਦੇਵੋ ਜੋ ਇਸ ਦੀ ਪੈਰਵੀ ਕਰਦੇ ਹਨ। ਮੈਂ ਤੁਹਾਨੂੰ ਅਕਸਰ ਦੱਸਿਆ ਹੈ ਅਤੇ ਹੁਣ ਇੱਕ ਵਾਰ ਫਿਰ ਅਥਰੂ ਬਹਾ ਕੇ ਦੱਸ ਰਿਹਾ ਹਾਂ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਜੋ ਮਸੀਹ ਦੀ ਸਲੀਬ ਦੇ ਬੈਰੀਆਂ ਵਾਂਗ ਜੀਵਨ ਗੁਜ਼ਾਰ ਰਹੇ ਹਨ। ਉਹਨਾਂ ਦਾ ਅੰਤ ਨਾਸ਼ ਹੈ। ਉਹਨਾਂ ਦੀਆਂ ਇਛਾਵਾਂ ਉਹਨਾਂ ਦੇ ਦੇਵਤੇ ਹਨ। ਉਹ ਆਪਣੀਆਂ ਸ਼ਰਮਨਾਕ ਗੱਲਾਂ ਤੇ ਘਮੰਡ ਕਰਦੇ ਹਨ। ਉਹਨਾਂ ਦੇ ਮਨ ਕੇਵਲ ਸੰਸਾਰਕ ਚੀਜ਼ਾਂ ਤੇ ਲੱਗੇ ਹੋਏ ਹਨ। ਪਰ ਅਸੀਂ ਤਾਂ ਸਵਰਗ ਦੇ ਨਾਗਰਿਕ ਹਾਂ, ਇਸ ਲਈ ਅਸੀਂ ਸਵਰਗ ਤੋਂ ਹੀ ਆਪਣੇ ਮੁਕਤੀਦਾਤਾ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵਿੱਚ ਹਾਂ। ਉਹੀ ਨਾਸ਼ਵਾਨ ਸਰੀਰਾਂ ਨੂੰ ਆਪਣੀ ਉਸ ਮੁਕਤੀ ਦੇ ਨਾਲ, ਜਿਸ ਨਾਲ ਉਹ ਸਭ ਚੀਜ਼ਾਂ ਨੂੰ ਆਪਣੇ ਉਦੇਸ਼ ਪੂਰਤੀ ਲਈ ਆਪਣੇ ਅਧੀਨ ਰੱਖਦਾ ਹੈ, ਆਪਣੇ ਤੇਜਵਾਨ ਸਰੀਰ ਦੀ ਤਰ੍ਹਾਂ ਬਦਲ ਦੇਵੇਗਾ। ਫਿਲਿੱਪੀਆਂ ਦੀ ਕਿਤਾਬ ਅਧਿਆਇ 4। ਮੇਰੇ ਪਿਆਰੇ ਵੀਰੋ, ਮੇਰੇ ਮਨ ਵਿੱਚ ਤੁਹਾਡੇ ਲਈ ਬਹੁਤ ਤਮੰਨਾ ਹੈ। ਤੁਸੀਂ ਹੀ ਮੇਰਾ ਆਨੰਦ ਹੋ ਅਤੇ ਮੇਰੀ ਜਿੱਤ ਵੀ। ਇਸ ਲਈ ਮੇਰੇ ਭਰਾਵੋ, ਪ੍ਰਭੂ ਵਿੱਚ ਪੱਕੇ ਰਹੋ। ਮੈਂ ਯੌਦੀਆ ਅਤੇ ਸੰਤੁਖੇ ਦੋਹਾਂ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਦੋਵੇਂ ਪ੍ਰਭੂ ਦੀ ਸੰਗਤ ਵਿੱਚ ਇੱਕ ਮਨ ਹੋ ਜਾਣ। ਮੈਂ ਤੇਰੇ ਅੱਗੇ, ਜੋ ਤੂੰ ਮੇਰੀ ਸੇਵਾ ਦਾ ਸਾਂਝੀਦਾਰ ਹੈ, ਬੇਨਤੀ ਕਰਦਾ ਹਾਂ ਕਿ ਉਹਨਾਂ ਔਰਤਾਂ ਦੀ ਮਦਦ ਕਰਨਾ ਜਿਨ੍ਹਾਂ ਮੇਰੀ ਸ਼ੁਭ ਸਮਾਚਾਰ ਦੀ ਸੇਵਾ ਵਿੱਚ ਅਤੇ ਮੇਰੇ ਨਾਲ ਕਲੇਮੈਂਸ ਅਤੇ ਦੂਜੇ ਸਾਥੀਆਂ ਦਾ ਵੀ ਪੂਰਾ ਸਾਥ ਦਿੱਤਾ ਸੀ। ਉਹਨਾਂ ਸਭ ਦੇ ਨਾਂ ਜੀਵਨ ਦੀ ਪੁਸਤਕ ਵਿੱਚ ਹਨ। ਹਮੇਸ਼ਾ ਖੁਸ਼ ਰਹੋ। ਮੈਂ ਫਿਰ ਕਹਿੰਦਾ ਹਾਂ ਕਿ ਖੁਸ਼ ਰਹੋ। ਸਭ ਮਨੁੱਖਾਂ ਨਾਲ ਨਮਰਤਾ ਵਾਲਾ ਵਰਤਾਓ ਕਰੋ। ਪ੍ਰਭੂ ਨੇੜੇ ਹੈ, ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਜੋ ਕੁਝ ਵੀ ਹੋਵੇ ਪ੍ਰਭੂ ਪਰਮੇਸ਼ਰ ਨੂੰ ਦੱਸੋ। ਗੱਲ ਕੀ, ਪ੍ਰਾਰਥਨਾ ਅਤੇ ਅਰਦਾਸਾਂ ਦੁਆਰਾ ਉਸ ਦਾ ਧੰਨਵਾਦ ਕਰੋ। ਤਦ ਪਰਮੇਸ਼ਰ ਦੀ ਸ਼ਾਂਤੀ, ਜੋ ਸਾਡੀ ਸਾਰੀ ਸਮਝ ਤੋਂ ਪਰੇ ਹੈ, ਮਸੀਹ ਦੇ ਵਿੱਚ ਤੁਹਾਡੇ ਮਨਾਂ ਅਤੇ ਵਿਚਾਰਾਂ ਦੀ ਰਾਖੀ ਕਰੇਗੀ। ਬਾਕੀ ਮੇਰੇ ਵੀਰੋ, ਜੋ ਕੁਝ ਸੱਚਾ ਅਤੇ ਸੁੱਚਾ ਹੈ, ਜੋ ਕੁਝ ਠੀਕ ਹੈ ਅਤੇ ਸ਼ੁੱਧ ਹੈ, ਇਹ ਸਭ ਜੋ ਪਿਆਰ ਕਰਨ ਯੋਗ ਅਤੇ ਸੁੰਦਰ ਹੈ, ਜੋ ਆਚਰਣ ਵੱਲੋਂ ਅਤ ਸੁੰਦਰ ਅਤੇ ਵਡਿਆਈ ਦੇ ਯੋਗ ਹੈ, ਇਸ ਸਭ ਨੂੰ ਆਪਣੇ ਵਿਚਾਰਾਂ ਵਿੱਚ ਰੱਖੋ। ਜੋ ਕੁਝ ਤੁਸੀਂ ਮੇਰੇ ਕੋਲੋਂ ਸੁਣਿਆ ਤੇ ਦੇਖਿਆ ਹੈ, ਨਾਲੇ ਜੋ ਸਿੱਖਿਆ ਤੁਹਾਡੇ ਲਈ ਹੈ, ਅਤੇ ਉਹ ਸਭ ਰਵਾਇਤਾਂ ਜੋ ਤੁਸੀਂ ਮੇਰੇ ਤੋਂ ਪ੍ਰਾਪਤ ਕੀਤੀਆਂ ਹਨ, ਸਭ ਦੀ ਵਰਤੋਂ ਆਪਣੇ ਜੀਵਨਾਂ ਵਿੱਚ ਕਰੋ। ਇਹ ਕਰਨ ਤੇ ਪਰਮੇਸ਼ਰ ਦੀ ਸ਼ਾਂਤੀ ਤੁਸੀਂ ਪ੍ਰਾਪਤ ਕਰੋਗੇ। ਮਸੀਹ ਦੀ ਸੰਗਤ ਵਿੱਚ ਹੀ ਮੈਨੂੰ ਇਹ ਵੀ ਖੁਸ਼ੀ ਹੋਈ ਹੈ ਕਿ ਬਹੁਤ ਚਿਰ ਦੇ ਪਿੱਛੋਂ ਫਿਰ ਤੁਹਾਡੇ ਮਨਾਂ ਵਿੱਚ ਮੇਰੇ ਲਈ ਚਿੰਤਾ ਨੇ ਜਨਮ ਲਿਆ ਹੈ। ਮੈਂ ਇਹ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੀ ਮੇਰੇ ਲਈ ਚਿੰਤਾ ਦਾ ਕਦੇ ਅੰਤ ਨਹੀਂ ਹੋਇਆ ਸੀ।
ਇਹ ਕੇਵਲ ਤੁਹਾਨੂੰ ਮੌਕਾ ਨਾ ਮਿਲਣ ਦੇ ਕਾਰਨ ਹੀ ਸੀ। ਇਹ ਮੈਂ ਸਭ ਇਸ ਲਈ ਨਹੀਂ ਕਹਿ ਰਿਹਾ ਹਾਂ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਉਂਕਿ ਮੈਂ ਹਰ ਹਾਲਤ ਵਿੱਚ ਆਪਣੇ ਤੇ ਨਿਰਭਰ ਰਹਿਣਾ ਸਿੱਖ ਲਿਆ ਹੈ। ਮੈਂ ਸਿੱਖ ਲਿਆ ਹੈ ਕਿ ਕਿਸ ਤਰ੍ਹਾਂ ਭੈੜੇ ਅਤੇ ਚੰਗੇ ਸਮੇਂ ਵਿੱਚ ਰਹਿਣਾ ਹੈ। ਮੈਨੂੰ ਇਹ ਭੇਤ ਮਿਲ ਗਿਆ ਹੈ, ਮੇਰੇ ਤੇ ਕਿਸੇ ਵੀ ਤਰ੍ਹਾਂ ਦਾ ਸਮਾਂ ਕਿਉਂ ਨਾ ਹੋਵੇ, ਪਰ ਮੈਂ ਜਾਣਦਾ ਹਾਂ ਕਿਸ ਤਰ੍ਹਾਂ ਰੱਜ ਕੇ ਖਾਣਾ ਅਤੇ ਕਿਸ ਤਰ੍ਹਾਂ ਭੁੱਖੇ ਵੀ ਰਹਿਣਾ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਕਿਸ ਤਰ੍ਹਾਂ ਉੱਨਤੀ ਕਰਨੀ ਅਤੇ ਕਿਸ ਤਰ੍ਹਾਂ ਲੋੜਵੰਦ ਵੀ ਹੋਣਾ ਹੈ। ਮੇਰੇ ਕੋਲ ਉਸ ਦੇ ਰਾਹੀਂ ਜੋ ਮੇਰੀ ਸ਼ਕਤੀ ਦਾ ਸੋਮਾ ਹੈ, ਹਰ ਇੱਕ ਅਵਸਥਾ ਵਿੱਚ ਰਹਿਣ ਲਈ ਸ਼ਕਤੀ ਹੈ। ਪਰ ਫਿਰ ਵੀ ਇਹ ਤੁਹਾਡੀ ਬੜੀ ਕਿਰਪਾ ਹੋਈ ਹੈ ਕਿ ਤੁਸੀਂ ਮੇਰੇ ਦੁੱਖਾਂ ਵਿੱਚ ਮੇਰਾ ਸਾਥ ਦਿੱਤਾ ਹੈ। ਹੇ ਫਿਲਿੱਪੇ ਨਿਵਾਸੀਓ, ਤੁਸੀਂ ਆਪ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਜਦੋਂ ਮੈਂ ਪਹਿਲੀ ਵਾਰ ਸ਼ੁਭ ਸਮਾਚਾਰ ਪ੍ਰਚਾਰ ਕਰਨ ਲਈ ਮਕਦੂਨੀਆ ਨੂੰ ਛੱਡਿਆ ਸੀ, ਤਾਂ ਇਹ ਕੇਵਲ ਤੁਸੀਂ ਹੀ ਸੋ ਜਿਨ੍ਹਾਂ ਅਸਲ ਵਿੱਚ ਇਸ ਸੰਬੰਧੀ ਖਰਚ ਦੇ ਲੈਣ ਦੇਣ ਦੀ ਪ੍ਰਵਾਹ ਕੀਤੀ ਸੀ। ਇੱਥੋਂ ਤੱਕ ਕਿ ਮੈਂ ਜਦੋਂ ਥੈਸਲਨੀਕੇ ਵਿੱਚ ਸਾਂ ਤਾਂ ਤੁਸੀਂ ਉੱਥੇ ਵੀ ਮੇਰੀ ਲੋੜਾਂ ਨੂੰ ਪੂਰੇ ਕਰਨ ਲਈ ਇੱਕ ਵਾਰ ਪੈਸੇ ਘੱਲੇ ਸਨ। ਮੈਂ ਇਹ ਕਹਿ ਕੇ ਕਿਸੇ ਆਪਣੇ ਲਾਭ ਦੀ ਇੱਛਾ ਨਹੀਂ ਕਰ ਰਿਹਾ ਹਾਂ, ਸਗੋਂ ਮੈਂ ਤਾਂ ਇਸ ਗੱਲ ਦਾ ਚਾਹਵਾਨ ਹਾਂ ਕਿ ਤੁਹਾਡੇ ਲਾਭ ਦਾ ਹੋਰ ਵਾਧਾ ਹੋਵੇ। ਚਲੋ ਕੁਝ ਵੀ ਹੋਵੇ, ਇਹ ਰਹੀ ਮੇਰੇ ਵੱਲੋਂ ਤੁਹਾਡੇ ਸਭ ਕੁਝ ਦੀ ਰਸੀਦ। ਜੋ ਕੁਝ ਮੈਨੂੰ ਇਪਾਫਰੋਦੀਤ ਕੋਲੋਂ ਤੁਹਾਡੇ ਉਪਹਾਰਾਂ ਦੇ ਰੂਪ ਵਿੱਚ ਮਿਲਿਆ ਸੀ, ਉਸ ਨਾਲ ਮੇਰੇ ਕੋਲ ਲੋੜ ਤੋਂ ਅਧਿਕ ਹੋ ਗਿਆ ਹੈ। ਉਹ ਸਭ ਮਿੱਠੀ ਸੁਗੰਧ ਦੀ ਤਰ੍ਹਾਂ ਹੈ ਜੋ ਪਰਮੇਸ਼ਰ ਦੇ ਸਾਹਮਣੇ ਆਨੰਦ ਦੇਣ ਅਤੇ ਮੰਨਣ ਦੇ ਯੋਗ ਹੈ। ਮੇਰਾ ਪਰਮੇਸ਼ਰ ਤੁਹਾਡੀਆਂ ਸਭ ਲੋੜਾਂ ਨੂੰ ਯਿਸੂ ਮਸੀਹ ਦੇ ਦੁਆਰਾ ਆਪਣੇ ਭਰੇ ਖਜ਼ਾਨੇ ਵਿੱਚੋਂ ਪੂਰਾ ਕਰੇਗਾ। ਸਾਡੇ ਪਰਮੇਸ਼ਰ ਪਿਤਾ ਦੀ ਵਡਿਆਈ ਅਨੰਤ ਕਾਲ ਤੱਕ ਹੋਵੇ। ਆਮੀਨ। ਮੇਰਾ ਨਮਸਕਾਰ ਮਸੀਹ ਯਿਸੂ ਦੇ ਹਰ ਪਵਿੱਤਰ ਵਿਸ਼ਵਾਸੀ ਨੂੰ ਦੇਣਾ। ਉਹ ਸਭ ਭਰਾ ਜੋ ਮੇਰੇ ਨਾਲ ਇਸ ਵੇਲੇ ਹਨ, ਤੁਹਾਨੂੰ ਸਭ ਨੂੰ ਨਮਸਕਾਰ ਕਹਿੰਦੇ ਹਨ। ਇਸ ਦੇ ਨਾਲ ਹੀ ਪਰਮੇਸ਼ਰ ਦੇ ਲੋਕ ਵੀ, ਖਾਸ ਕਰਕੇ ਰੋਮੀ ਸਮਰਾਟ ਦੇ ਟੱਬਰ ਦੇ ਲੋਕ ਤੁਹਾਨੂੰ ਨਮਸਕਾਰ ਕਹਿੰਦੇ ਹਨ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀਆਂ ਸਭ ਦੀਆਂ ਆਤਮਾਵਾਂ ਦੇ ਨਾਲ ਹੋਵੇ।